ਜਿਹਦੇ ਖਿਲਾਫ ਹੈਗੀ ਹੈ ਰਿਸਪੋਂਡੈਂਟ ਮੈਡਮ ਸੀਰਤ ਕੌਰ ਜੀ, ਉਹਨਾਂ ਨੂੰ ਤੁਸੀਂ ਬੁਲਾਇਆ ਇੱਕ ਵਾਰ ਵੀ? ਉਹਦਾ ਘਰ ਵਾਲਾ ਆਇਆ ਜਿਹਨੇ ਗੱਲ ਇਹਨਾਂ ਨਾਲ ਬਿਆਨਾ ਕੀਤਾ ਸੀਗਾ। ਜਿਨ੍ਹਾਂ ਦੇ ਖਿਲਾਫ ਹੈ ਉਹਨਾਂ ਨੂੰ ਬੁਲਾਇਆ ਜੀ? ਗੁਰੂ ਜੀ ਉਹ ਉਹਨਾਂ ਦੀ ਹੈ ਜਿਹੜੀ ਇਹ ਕੰਪਲੇਂਟ ਉਹਨੇ ਬਿਆਨਾ ਇਹਨਾਂ ਨਾਲ ਕੀਤਾ ਸੀ, ਇਹਦੇ ਨਾਲ ਗਿੱਲ ਦੇ ਸਾਹਮਣੇ ਨਾਲ ਕਾਉਂਸਲਿੰਗ ਕਰਕੇ ਟਾਈਮ ਲੈ ਕੇ ਜਾਂਦੇ ਰਹੀਆਂ ਦੋਵੇਂ ਪਾਰਟੀਆਂ। ਐਗਰੀਮੈਂਟ ਟੂ ਸੈਲ ਪੜਿਆ ਸਰ? ਹਾਂਜੀ ਪੜਿਆ। ਉਹਦੇ ਉੱਪਰ ਕਿਹਦੇ ਨਾਲ ਹੋਇਆ ਜੀ? ਦਸਤਖਤ ਉਹਦੇ ਨੇ ਪਰ ਗੱਲ ਇਹਦੇ ਨਾਲ ਹੋਈ ਹੈ ਸਰ। ਤੁਸੀਂ ਦੋਵੇਂ ਪਾਰਟੀਆਂ ਦੀ ਗੱਲ ਕਰ ਰਹੇ ਹਾਂ ਸਰ, ਤੁਸੀਂ ਕਾਗਜ਼ਾਂ ਤੇ ਐਵੀਡੈਂਸ ਦੇ ਨਾਲ ਚੱਲਣਾ ਹੈ ਕਿ ਗੱਲਾਂ ਨਾਲ? ਕਹਿੰਦੇ ਵੀ ਅਸੀਂ ਠੱਗੀ ਮਾਰਨੀ ਤੀ ਮਾਰ ਲਈ ਤੁਹਾਡੇ ਨਾਲ, ਤੁਸੀਂ ਕਰ ਲਓ ਜਿਹੜਾ ਕੁਝ ਕਰਨਾ। ਅਸੀਂ ਨਾ ਰਜਿਸਟਰੀ ਕਰਾਉਣੀ ਨਾ ਬਿਆਨਾ ਵਾਪਸ ਕਰਨਾ। ਦੇਖ ਲੂੰਗੇ ਤੁਹਾਨੂੰ ਦੋਹੇ ਮਾਂ ਪੁੱਤਾਂ ਨੂੰ ਕੀ ਕਰ ਲੂੰਗੇ ਤੁਸੀਂ। ਸਰ ਉਹ ਕੱਟਣਗੇ ਕਿਵੇਂ ਜਦੋਂ ਤਾਂ ਜਾ ਕੇ ਉਹਦੀ ਸੇਵਾ ਹੋ ਰਹੀ ਹੈ, ਚਾਹ ਪਾਣੀ ਪਿਲਾ ਰਹੇ ਆ। ਕਿਹਨੂੰ? ਕੁਲਦੀਪ ਸਿੰਘ ਨੂੰ। ਮੇਰੇ ਨਾਲ ਤਾਂ ਕੋਈ ਉਹਨਾਂ ਦੀ ਉਹਦੇ ਨਾਲ ਕੋਈ ਐਸਪੀ ਵਗੈਰਾ ਕੋਈ ਉਹਨਾਂ ਦੀ ਸਪੋਰਟ ਕਰ ਰਿਹਾ ਜਾਂ ਤਾਂ ਕੁਲਦੀਪ ਸਿੰਘ ਦੀ ਸੇਵਾ ਹੋ ਰਹੀ ਆ, ਪਰ ਸਾਨੂੰ ਪੁੱਛ ਨਹੀਂ ਰਹੇ। ਅਸੀਂ ਘੰਟੇ ਉੱਥੇ ਬੈਠੇ ਰਹਿੰਦੇ ਆ। ਸਰ ਆਈ ਹੈਵ ਹਰਡ ਫਰਮ ਦਾ ਸੋਰਸਿਸ ਕਿ ਇਹਦੇ ਕਾਫੀ ਅੱਛੇ ਲਿੰਕਸ ਹੈਗੇ ਐਸਪੀ ਨਾਲ ਜਾਂ ਅੱਗੇ ਐਮਐਲਏ ਸਾਹਿਬ ਹੈਗੇ ਨੇ ਕਿ ਉਹਨਾਂ ਨਾਲ ਲਿੰਕ ਵਿੱਚ ਹੈਗੇ ਨੇ, ਜਿਹਦੇ ਸਪੋਰਟ ਵਿੱਚ ਰਹਿੰਦੇ ਨੇ, ਤਾਂ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ, ਨਾ ਹੀ ਕੋਈ ਖੌਫ ਹੈ ਪੁਲਿਸ ਦਾ। ਪੈਸੇ ਦਾ ਕੀ ਮੋਨਿਕ ਐਫਆਈਆਰ ਵੀ ਨਹੀਂ ਕਰ ਰਹੇ, ਐਫਆਈਆਰ ਵੀ ਨਹੀਂ ਹੋ ਰਹੀ ਤੇ ਇੱਕ ਲੇਡੀ ਹੁਣ ਹਰਾਸ ਹੋ ਰਹੀ ਹੈ, ਜਿਹੜੇ ਜਿਹਨੇ ਖਿਲਾਫ ਕੰਪਲੇਂਟ ਤੀਰਥ ਕੌਰ ਹੈ ਉਹ ਇੱਕ ਵਾਰ ਵੀ ਥਾਣੇ ਨਹੀਂ ਆਈ। ਤੁਸੀਂ ਰੋ ਨਾ ਮਾਤੇ, ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਜੀ ਮੈਂ ਇਕੱਲੀ ਆ। ਮੇਰੀ ਬੇਟੀ ਵਿਧਵਾ, ਉਹ ਆਪਣੇ ਘਰ ਹੈ। ਬੇਟਾ ਇੰਨੀਆਂ ਧਮਕੀਆਂ ਤੋਂ ਡਰਦਾ ਮਾਰਾ ਬਾਹਰ ਚਲੇ ਗਿਆ ਜੀ, ਤੇ ਮੈਂ ਇਕੱਲੀ ਇਹੋ ਵਿੰਗ ਤੇ ਸਰ ਤੋਂ ਧੱਕੇ ਖਾਂਦੀ ਫਿਰਦੀ ਆ, ਪਰ ਮੈਨੂੰ ਕੋਈ ਇਨਸਾਫ ਨਹੀਂ ਦਵਾ ਰਿਹਾ। ਹੁਣ ਤੱਕ ਸਾਨੂੰ ਲੱਗਦਾ ਸੀ ਕਦੇ ਸક્ષਮ, ਕਦੇ ਬੈਸਟ ਕੈਰੀਅਰ ਤੇ ਕਦੇ ਕੁਇਕਨੌਕਸ ਨਾਮ ਦੀਆਂ ਕੰਪਨੀਆਂ ਚਲਾ ਕੇ ਟਰੈਵਲ ਏਜੰਟੀ ਦੇ ਨਾਂ ਤੇ ਨੌਜਵਾਨਾਂ ਨੂੰ ਠੱਗਣ ਵਾਲਾ ਕੁਲਦੀਪ ਗਿੱਲ ਹੀ ਠੱਗ ਹੈ। ਪਰ ਜਿਹੜਾ ਮਾਮਲਾ ਹੁਣ ਸਾਹਮਣੇ ਆਇਆ ਹੈ ਉਸ ਤੋਂ ਇਹ ਲੱਗਦਾ ਹੈ ਕਿ ਇਸ ਦੇ ਪਰਿਵਾਰ ਦੇ ਜਿਹੜੇ ਹੋਰ ਜੀ ਨੇ ਉਹਨਾਂ ਦਾ ਕੰਮ ਚਾਹੇ ਕੁਝ ਹੋਰ ਵੀ ਹੋਵੇ, ਪਰ ਉਸ ਕੰਮ ਦਾ ਨਤੀਜਾ ਲੋਕਾਂ ਦੇ ਨਾਲ ਠੱਗੀ ਕਰਕੇ ਹੀ ਮੁੱਕਦਾ ਹੈ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਹ ਗੱਲ ਅਸੀਂ ਨਹੀਂ ਕਹਿੰਦੇ, ਇਸ ਗੱਲ ਦੀ ਗਵਾਹੀ ਦਿੰਦਾ ਹੈ ਮਾਮਲਾ ਜੋ ਸਾਡੇ ਸਾਹਮਣੇ ਆਇਆ। ਸਾਡੇ ਨਾਲ ਇਸ ਵੇਲੇ ਮਾਤਾ ਜੀ ਖੜੇ ਨੇ। ਮਾਤਾ ਜੀ ਦੇ ਨਾਲ ਠੱਗੀ ਹੋਈ ਹੈ, ਹੋਈ ਕਿਵੇਂ ਹੈ, ਗੱਲਬਾਤ ਕਰਾਂਗੇ। ਤੇ ਨਾਲ ਐਡਵੋਕੇਟ ਜੈਪਾਲ ਸੰਧੂ ਜੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਮਾਤਾ ਜੀ, ਸੁਣਿਆ ਤੁਹਾਡੇ ਥੋੜ੍ਹੇ ਬਹੁਤ ਨਹੀਂ 31 ਲੱਖ ਰੁਪਏ ਠੱਗੇ ਗਏ ਨੇ, ਕਿਵੇਂ ਠੱਗੇ ਗਏ, ਕਿਸ ਨੇ ਠੱਗੇ, ਥੋੜ੍ਹਾ ਜਿਹਾ ਦੱਸੋ ਜ਼ਰੂਰ। ਸਰ ਅਸੀਂ ਕੋਠੀ ਦੇਖ ਰਹੇ ਤੇ ਮਾਲਕ ਤੀਵੀਂ ਦੋਨੇ ਬਾਹਰ ਖੜੇ ਸੀ, ਕੁਲਦੀਪ ਸਿੰਘ ਤੇ ਤੀਰਥ ਕੌਰ ਨੇ ਸਾਨੂੰ ਬੁਲਾਇਆ। ਕਹਿੰਦੇ ਤੁਸੀਂ ਮਕਾਨ ਕੋਠੀ ਜੋ ਛੋਟੀ ਦੇਖ ਰਹੇ ਆ ਤਾਂ ਸਾਡੀ ਇਹ ਬਕਾਊ ਹੈ। ਤੇ ਉਹ ਤੇ ਬਾਅਦ ਇਹਨਾਂ ਨੇ ਫਿਰ ਕੁਲਦੀਪ ਸਿੰਘ ਨੇ 2 ਵਾਰੀ ਬੇਟੇ ਨੂੰ ਫੋਨ ਕਰਕੇ ਪੁੱਛਿਆ ਵੀ ਭਰਾ ਜੀ ਮੇਰੇ ਨਾਲ ਗੱਲ ਕਰੋ, ਕੋਈ ਨਾ ਆਪਾਂ ਸੈਟਲਮੈਂਟ ਕਰ ਲੈਂਦੇ ਹਾਂ। ਫਿਰ ਅਸੀਂ ਜੀ ਜਦੋਂ ਗਏ ਇਹਨਾਂ ਦੇ ਘਰ, ਇਹਨਾਂ ਨੇ ਗੱਲਬਾਤ ਕਰੀ ਤੇ ਇਹਨਾਂ ਨੇ ਸਾਡੇ ਨਾਲ ਸੌਦਾ 1.25 ਦੀ ਬਜਾਏ 1 ਕਰੋੜ 26 ਲੱਖ ਵਿੱਚ ਕਰਿਆ ਜੀ। ਅੱਛਾ, 1.25 ਦੀ ਜਗ੍ਹਾ 1.26 'ਚ? ਹਾਂਜੀ। ਤੇ ਫਿਰ ਇਹ ਕਹਿੰਦੇ ਦੂਜੇ ਦਿਨ ਬਿਆਨਾ ਕਰ ਲਓ, ਅਸੀਂ ਰਜਿਸਟਰੀ ਜਲਦੀ ਕਰਵਾ ਕੇ ਤੁਹਾਨੂੰ ਕੋਠੀ ਵਿਹਲੀ ਕਰਕੇ ਦੇ ਦਾਂਗੇ। ਅੱਛਾ, ਮਤਲਬ ਇਹ ਜਲਦਬਾਜ਼ੀ ਸੀਗੇ ਵੀ ਜਲਦੀ ਤੁਸੀਂ ਪੇਮੈਂਟ ਕਰਕੇ ਤੇ ਕੋਠੀ ਲੈ ਲਓ। ਹਾਂਜੀ, ਅਸੀਂ ਕਿਰਾਏ ਪਰ ਰਹਿ ਸਕਦੇ ਹਾਂ, ਕੋਈ ਗੱਲ ਨਹੀਂ, ਤੁਸੀਂ ਬਜ਼ੁਰਗਾਂ, ਤੁਸੀਂ ਤੁਹਾਡੇ ਲਈ ਕੋਠੀ ਵਿਹਲੀ ਕਰ ਦਾਂਗੇ। ਤੁਹਾਡੇ ਬਾਰੇ ਸੋਚ ਰਿਹਾ ਸੀ ਉਹ ਵੀ ਅਸੀਂ ਕਿਰਾਏ ਤੇ ਰਹਿ ਲਾਂਗੇ, ਤੁਸੀਂ ਕੋਠੀ ਲੈ ਲਓ। ਕੋਠੀ ਲੈ ਲਓ ਜੀ। ਫਿਰ ਅਸੀਂ ਜੀ ਜਦੋਂ ਇਹਨੇ ਸਾਨੂੰ ਜਾਂਦੇ ਟਾਈਮ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਦਿੱਤਾ ਕਰਿਆ, ਨਾ ਹੀ ਇਸਨੇ ਫਰਦ ਦੀ ਕਾਪੀ ਦਿੱਤੀ ਹੈ, ਨਾ ਹੀ ਅਸਲੀ ਰਜਿਸਟਰੀ ਦਿੱਤੀ ਹੈ। ਸਿਰਫ ਇੱਕ ਬੈਂਕ ਲੋਨ ਬਾਰੇ ਦੱਸਿਆ। ਉਹ ਬੈਂਕ ਲੋਨ ਬਾਰੇ ਦੱਸ ਕੇ ਇਸਨੇ ਕਹਤਾ ਵੀ ਮੇਰਾ ਲੋਨ ਹੈ, ਲੋਨ ਮੈਂ ਰਜਿਸਟਰੀ ਤੋਂ 1 ਦਿਨ ਪਹਿਲਾਂ ਕਲੀਅਰ ਕਰ ਦੂੰਗਾ। ਅੱਛਾ, ਮਤਲਬ ਤੁਸੀਂ ਪੈਸੇ ਦੋਗੇ ਜਦੋਂ, ਫਿਰ ਮੈਂ ਉਸ ਪੈਸੇ ਨਾਲ ਬੈਂਕ ਦਾ ਲੋਨ ਕਲੀਅਰ ਕਰਾਂਗਾ, ਫਿਰ ਮੈਂ ਤੁਹਾਨੂੰ ਕੋਠੀ ਦੇ ਦਾਂਗਾ। ਕੋਠੀ ਦਾਂਗੇ। ਇਸ ਨੂੰ ਜੇ ਅਸੀਂ 31 ਲੱਖ ਰੁਪਈਆ ਮੈਂ ਆਪਣੇ ਕੁੜਮ ਤੇ ਇੱਕ ਡੀਲਰ ਸਤੀਸ਼ ਵਾਲੀਆ ਉਹਨਾਂ ਦੇ ਸਾਹਮਣੇ 26 ਲੱਖ ਰੁਪਈਆ ਨਗਦ ਤੇ 5 ਲੱਖ ਦਾ ਚੈੱਕ ਦਿੱਤਾ ਜੀ। ਇਹ ਲੈ ਕੇ ਚਲੇ ਗਏ ਤੇ ਅਸੀਂ ਲੋਨ ਬਾਰੇ ਇਸ ਨੂੰ ਪੁੱਛਿਆ ਵੀ ਅਸੀਂ ਕੋਠੀ ਤੇ ਲੋਨ ਲੈਣਾ ਚਾਹੁੰਦੇ, ਸਾਡੇ ਪਾ ਪੈਸਾ ਨਹੀਂ ਹੈ ਇੰਨਾ। ਤਦ ਇਸ ਨੇ ਕਿਹਾ ਜੀ, ਕਹਿੰਦਾ ਵੀ ਜੇ ਲੋਨ ਤਾਂ ਮੈਂ ਤੁਹਾਨੂੰ ਇਹ ਤੇ ਲੈ ਨਹੀਂ ਸਕਦਾ, ਕਹਿੰਦਾ ਵੀ ਮੇਰਾ ਪਹਿਲੇ ਹੀ ਉਹਦੇ ਪਰ ਲੋਨ ਖੜਾ ਹੈ। ਠੀਕ ਹੈ, ਪਹਿਲਾਂ ਲੋਨ ਹੈ ਤਾਂ ਲੋਨ ਨਹੀਂ ਮਿਲ ਸਕਦਾ। ਠੀਕ ਹੈ, ਹਾਂਜੀ, ਮੈਂ ਤੁਹਾਨੂੰ ਕਿਸੇ ਦਾ ਹੋਰ ਪੈਸੇ ਦਾ ਪ੍ਰਬੰਧ ਕਰ ਸਕਦਾ ਜੀ। ਅਸੀਂ ਜਦੋਂ ਫਿਰ ਫਰਦ ਆਪਣੇ ਦਿਮਾਗ 'ਚ ਥੋੜਾ ਸ਼ੰਕਾ ਪੈਦਾ ਹੋਇਆ, ਅਸੀਂ ਫਰਦ ਕਢਾਈ, ਉਹਦੇ ਵਿੱਚ ਸਟੇ ਬੋਲੀ। ਨਹੀਂ, ਜਿਹੜੀ ਕੋਠੀ ਤੁਸੀਂ ਜਿਹੜੀ ਕੋਠੀ ਦਾ 31 ਲੱਖ ਰੁਪਏ ਤੁਸੀਂ ਐਡਵਾਂਸ ਦੇਤਾ, ਉਸ ਕੋਠੀ ਤੇ ਸਟੇ ਸੀ? ਸਟੇ ਸੀ ਜੀ। ਇਹਨੇ ਦੱਸੀ ਨਹੀਂ ਕੁਲਦੀਪ ਗਿੱਲ ਨੇ ਜਾਂ ਇਹਨਾਂ ਦੀ ਜਿਹੜੇ ਮਿਸਿਸ ਨੇ ਮੈਡਮ ਤੀਰਥ ਕੌਰ, ਉਹਨਾਂ ਨੇ ਦੱਸਿਆ ਨਹੀਂ? ਨਹੀਂ ਜੀ, ਇਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ, ਤੀਰਥ ਕੌਰ ਨੇ ਜਾਂ ਕੁਲਦੀਪ ਕੌਰ ਨੇ, ਕਿਸੇ ਨੇ ਨਹੀਂ ਦੱਸਿਆ ਕਰਿਆ। ਜਦੋਂ ਅਸੀਂ ਫਰਦ ਕਢਾ ਕੇ ਇਹਨਾਂ ਦੇ ਸਿੱਧਾ ਘਰ ਚਲੇ ਗਏ ਆ, ਇੱਕੋ ਦਮ ਹੱਕੇ ਬੱਕੇ ਰਹਿ ਗਏ। ਅਸੀਂ ਦੇਸੂ ਮਾਜਰੇ ਦੇ 4-5 ਬੰਦੇ, ਆਪਣਾ ਕੁੜਮ, ਬੇਟੀ ਦਾ ਜੇਠ ਤੇ ਬੇਟਾ ਤੇ ਮੈਂ, ਜਦੋਂ ਇਹਨਾਂ ਦੇ ਘਰ ਜਾ ਕੇ ਫਰਦ ਦਿਖਾਈ ਕਰੀ, ਕਹਿੰਦੇ ਵੀ ਨਹੀਂ ਸਾਡੇ ਪਰ ਸਟੇ ਨਹੀਂ ਹੋ ਸਕਦੀ, ਹੋਰ ਕੋਠੀਆਂ ਪਰ ਹੋਣੀ ਕਰਨੀ ਆ।
ਮਤਲਬ ਕਿ ਸਾਹਮਣੇ ਦੇਖ ਕੇ ਵੀ ਕਾਗਜ਼ ਮੁੱਕਰ ਗਏ। ਕਰ ਗਿਆ ਜਦੋਂ ਕਾਫੀ ਕਹਿਣ ਦੇ ਬਾਵਜੂਦ ਵੀ ਸਾਰਿਆਂ ਦੇ, ਤਦ ਉਸਨੇ ਕਿਹਾ ਕਹਿੰਦਾ ਮੈਨੂੰ ਤਾਂ 1 ਹਫ਼ਤਾ ਪਹਿਲਾਂ ਪਤਾ ਚੱਲਿਆ। ਫਿਰ ਮੈਂ ਇਹਨੂੰ ਕਿਹਾ ਵੀ 1 ਹਫ਼ਤਾ ਪਹਿਲਾਂ ਚੱਲਿਆ ਤਾਂ ਮੈਨੂੰ ਉਸ ਟਾਈਮ ਤੇ ਫੋਨ ਕਰ ਦੇਣਾ ਸੀ ਵੀ ਮਾਤਾ ਆਹ ਗੱਲ ਹੈ, ਲੈਣੀ ਹੈ ਤੁਸੀਂ ਤਾਂ ਵੀ ਠੀਕ ਹੈ, ਨਹੀਂ ਲੈਣੀ ਤਾਂ ਵੀ ਠੀਕ ਹੈ। ਤੇ ਕਹਿੰਦਾ ਜੀ ਮੇਰੇ ਪਾਸ, ਫਿਰ ਮੈਂ ਕਿਹਾ ਤੁਸੀਂ ਹੁਣ ਪੈਸੇ ਦਾ ਫਿਰ ਮੇਰੇ ਨਾਲ ਕਰੋ, ਮੇਰਾ ਪੈਸਾ ਵਾਪਸ ਕਰੋ। ਬਿਲਕੁਲ। ਹੈ ਕਹਿੰਦਾ ਜੀ ਮੈਂ ਆਪਣੀ ਨਵੀਂ ਕੋਠੀ ਬਣਾ ਰਿਹਾ ਹਾਂ, ਮੈਂ ਤਾਂ ਤੁਹਾਡੇ ਪੈਸਿਆਂ ਨਾਲ ਇਹ ਸ਼ੁਰੂ ਕੀਤੀ ਸੀ, ਹੁਣ ਮੇਰੇ ਪਾ ਪੈਸੇ ਉਧਰ ਲੱਗ ਗਏ, ਮੈਂ ਪੈਸਾ ਵਾਪਸ ਨਹੀਂ ਕਰ ਸਕਦਾ। ਅੱਛਾ, ਕੁਲਦੀਪ ਗਿੱਲ ਮੁੱਕਰ ਗਿਆ। ਮੁੱਕਰ ਗਿਆ ਜੀ। ਹੁਣ ਉਹਨਾਂ ਬੰਦਿਆਂ ਦੇ ਸਾਰੇ ਵਿੱਚੇ ਦੇਸੂ ਮਾਜਰੇ ਤੇ ਵਿੱਚੇ ਕੁੜਮਾਂ ਦੇ ਸਾਹਮਣੇ ਕਹਿੰਦਾ ਕਰ ਲਓ ਜਿਹੜਾ ਕੁਝ ਕਰਨਾ, ਮੈਂ ਪੈਸੇ ਵਾਪਸ ਨਹੀਂ ਦੇ ਸਕਦਾ। ਅੱਛਾ, ਤੇ ਐਗਰੀਮੈਂਟ ਕਿਹਦੇ ਨਾਮ ਤੋਂ ਹੋਇਆ ਸੀ ਮਾਤਾ ਜੀ? ਤੀਰਥ ਕੌਰ ਦੇ ਨਾਂ ਤੇ ਹੋਇਆ ਤਾਂ ਜੀ। ਐਗਰੀਮੈਂਟ ਦੀ ਕਾਪੀ ਮੈਂ 1 ਮਿੰਟ ਤੁਹਾਨੂੰ ਦਿਖਾਵਾਂਗਾ, ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਜੇ ਇਹ ਐਗਰੀਮੈਂਟ ਹੋਇਆ ਹੈ ਮਿਸਿਸ ਤੀਰਥ ਕੌਰ, ਆਧਾਰ ਨੰਬਰ ਲਿਖਿਆ ਹੋਇਆ ਹੈ ਜੀ, ਵਾਈਫ ਆਫ ਸ਼੍ਰੀ ਕੁਲਦੀਪ ਸਿੰਘ, ਅੱਗੇ ਐਡਰੈਸ ਹੈ, ਤੇ ਨਾਲ ਹੋਇਆ ਜੀ ਮੈਡਮ ਮਨਮਿੰਦਰਜੀਤ ਕੌਰ ਜੀ, ਤੇ ਜੇ ਮਾਤਾ ਜੀ ਸਾਡੇ ਸਾਹਮਣੇ ਖੜੇ ਨੇ ਉਹਨਾਂ ਦੇ ਨਾਲ ਹੋਇਆ। ਤੇ ਤੁਸੀਂ ਕੁਲਦੀਪ ਗਿੱਲ ਤੁਹਾਨੂੰ ਬੋਲਦਾ ਰਿਹਾ, ਮੈਡਮ ਤੀਰਥ ਕੌਰ ਜੀ ਨਾਲ ਤੁਹਾਡੀ ਗੱਲ ਨਹੀਂ ਹੋਈ? ਨਹੀਂ, ਉਹ ਕਹਿੰਦੇ ਵੀ ਨਹੀਂ ਤੁਹਾਨੂੰ ਵਹਿਮ ਪੈ ਗਿਆ, ਤੁਹਾਡਾ ਬੇਟਾ ਠੀਕ ਹੈ, ਤੁਹਾਨੂੰ ਵਹਿਮ ਪੈ ਗਿਆ, ਤੁਸੀਂ ਜਾਣਬੁੱਝ ਕੇ ਅਜਿਹਾ ਕਰਦੇ ਆ ਵੀ ਅਸੀਂ ਕੋਠੀ ਨਾ ਲਈਏ। ਤੁਸੀਂ ਕਾਗਜ਼ ਦਿਖਾਣਾ ਸੀ ਨਾ, ਤੁਸੀਂ ਕਾਗਜ਼ ਮਾਰਨਾ ਸੀ ਮੂੰਹ ਤੇ। ਦਿਖਾਇਆ ਜੀ। ਉਹ ਕਹਿੰਦੀ ਵੀ ਤੁਹਾਨੂੰ ਕੋਠੀ ਪਸੰਦ ਨਹੀਂ ਹੋਣੀ, ਤੁਸੀਂ ਕਿਤੇ ਹੋਰ ਸੌਦਾ ਕਰ ਲਿਆ ਹੋਣਾ। ਮੈਂ ਕਿਹਾ ਮੇਰੇ ਪਾ ਪੈਸੇ ਕਿੱਥੇ ਗੁੰਜਾਇਸ਼ ਨਹੀਂ, ਕਿੱਥੇ ਬੰਜਾ ਤੇ ਹੋਰ ਸੌਦਾ ਕਰੂੰਗੀ। ਕੋਠੀ ਪਸੰਦ ਕਰਕੇ ਹੀ ਆਏ ਸੀ, ਪਰ ਤੁਸੀਂ ਹਰ ਗੱਲ ਦਾ ਲਕੋ ਪੜਦਾ ਰੱਖਿਆ। ਅਸੀਂ ਤੁਹਾਨੂੰ ਬਾਰ-ਬਾਰ ਸਟੇ ਵੀ ਕੈਨਸਲ ਕਰਾਉਣ ਲਈ ਸਮਾਂ ਦਿੰਦੇ ਰਹੇ ਹਾਂ, ਪਰ ਤੁਸੀਂ ਲਾਰੇ ਲਪੇਰਾਉਂਦੇ ਰਹੇ ਆ। ਫਿਰ ਕੀ ਹੋਇਆ ਅੱਗੇ? ਅਖੀਰ ਨੂੰ ਹੁਣ ਇਹੀ ਕਹਿਤਾ ਉਹਨਾਂ ਨੇ, ਕਹਿੰਦੇ ਵੀ ਅਸੀਂ ਠੱਗੀ ਮਾਰਨੀ ਤੀ ਮਾਰ ਲਈ ਤੁਹਾਡੇ ਨਾਲ, ਤੁਸੀਂ ਕਰ ਲਓ ਜਿਹੜਾ ਕੁਝ ਕਰਨਾ। ਅਸੀਂ ਨਾ ਰਜਿਸਟਰੀ ਕਰਾਉਣੀ ਨਾ ਬਿਆਨਾ ਵਾਪਸ ਕਰਨਾ, ਦੇਖ ਲੂੰਗੇ ਤੁਹਾਨੂੰ ਦੋਹੇ ਮਾਂ ਪੁੱਤਾਂ ਨੂੰ ਕੀ ਕਰ ਲੂੰਗੇ ਤੁਸੀਂ। ਇਹ ਗੱਲ ਕਿਹਨੇ ਕੀਤੀ ਤੁਹਾਨੂੰ? ਇਹ ਜੀ ਕੁਲਦੀਪ ਸਿੰਘ ਨੇ। ਫਿਰ ਉਸ ਤੋਂ ਬਾਅਦ ਤੁਸੀਂ ਕੰਪਲੇਂਟ ਕੀਤੀ? ਹਾਂਜੀ, ਉਸ ਤੋਂ ਬਾਅਦ ਕੰਪਲੀਟ ਕੀਤੀ ਹੈ। ਐਡਵੋਕੇਟ ਸਾਹਿਬ, ਤੁਸੀਂ ਸਾਰਾ ਮਾਮਲਾ ਤੁਸੀਂ ਸੁਣਿਆ, ਤੁਸੀਂ ਤਾਂ ਖੁਦ ਚਲੋ ਇਸ ਕੇਸ ਦੀ ਪੈਰਵੀ ਕਰ ਰਹੇ ਹੋ। ਜਿਸ ਤਰੀਕੇ ਨਾਲ ਇਹ ਠੱਗੀ ਹੋਈ ਹੈ, ਕਹਿਣਾ ਕਿ ਸਾਨੂੰ ਹਫਤੇ ਪਹਿਲਾਂ ਤਾਂ ਦੱਸਿਆ ਹੀ ਨਹੀਂ, ਜਦੋਂ ਗੱਲ ਸਾਹਮਣੇ ਆ ਗਈ ਫਿਰ ਕਹਿਣਾ ਵੀ ਹਫਤੇ ਪਹਿਲਾਂ ਹੀ ਪਤਾ ਲੱਗਿਆ ਹੈ, ਫਿਰ ਇਹ ਕਹਿਣਾ ਕਰ ਲਓ ਜੋ ਕਰਨਾ ਹੈ। ਗੱਲ ਕਿੱਥੇ ਜਾਂਦੀ ਹੈ? ਦੇਖੋ ਜੀ, ਬੇਸਿਕਲੀ ਉਹਨੇ 420 ਕੀਤੀ ਹੈ। ਉਹਨੂੰ ਪਤਾ ਸੀ ਇਸ ਚੀਜ਼ ਦਾ ਕਿ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਇਹਦੇ ਉੱਪਰ ਪਹਿਲਾਂ ਹੀ ਲੋਨ ਚੱਲ ਰਿਹਾ। ਦੂਜੀ ਗੱਲ, ਇਹਦੇ ਉੱਪਰ ਸਟੇ ਚੱਲ ਰਿਹਾ। ਜਦੋਂ ਇੱਕ ਪ੍ਰਾਪਰਟੀ ਸਟੇ ਹੁੰਦਾ ਹੈ, ਤੁਸੀਂ ਉਹਦੇ ਅੱਗੇ ਨਹੀਂ ਵੇਚ ਸਕਦੇ ਤੇ ਨਾ ਤੁਸੀਂ ਰਜਿਸਟਰੀ ਕਰਾ ਸਕਦੇ ਹੋ। ਉਹ ਬਲਕਿ ਮਾਤਾ ਜੀ ਨੂੰ ਇਹ ਵੀ ਕਹਿ ਰਿਹਾ ਸੀਗਾ ਕਿ ਮੈਂ ਇਹਦੀ ਥੋੜਾ ਰਜਿਸਟਰੀ ਵੀ ਕਰਾ ਦੂੰਗਾ, ਮੇਰੀ ਤਹਿਸੀਲਦਾਰ ਨਾਲ ਗੱਲ ਹੋ ਗਈ ਹੈ, ਮੈਂ ਉਹਨੂੰ 2 ਲੱਖ ਰੁਪਏ ਦੇ ਕੇ ਵੀ ਕੰਮ ਕਰਾ ਦੂੰਗਾ। ਜਦ ਕਿ ਐਜ਼ ਪਰ ਲੀਗਲੀ ਆਪਾਂ ਇਹਨੂੰ ਟ੍ਰਾਂਸਫਰ ਨਹੀਂ ਕਰ ਸਕਦੇ ਪ੍ਰਾਪਰਟੀ ਨੂੰ, ਕਿਉਂਕਿ ਤੇ ਸਟੇ ਹੈਗਾ। ਹੁਣ ਦੇਖੋ ਕੰਪਲੇਂਟ ਫਾਈਲ ਹੋ ਗਈ ਹੈ, ਅੱਜ ਤੱਕ ਇਹਨਾਂ ਦੇ ਬਿਆਨ ਨਹੀਂ ਲਿੱਤੇ ਗਏ ਨੇ। ਦੂਜੇ ਪਾਸੇ ਜਿਹੜੀ ਤੀਰਥ ਕੌਰ ਜੀ ਦੀ ਖਿਲਾਫ ਕੰਪਲੇਂਟ ਹੋਈ ਵੀ ਹੈ, ਅੱਜ ਤੱਕ ਉਹਦੇ ਥਾਣੇ ਬੁਲਾਇਆ ਨਹੀਂ ਗਿਆ, ਕਦੇ ਨਹੀਂ ਬੁਲਾਇਆ ਗਿਆ। ਆਈਓ ਸਾਹਿਬ ਕੌਣ ਨੇ? ਆਈਓ ਸਾਹਿਬ ਨੇ ਐਸਆਈ ਦਰਸ਼ਨ ਸਾਹਿਬ ਹੈ ਇਹਦੇ ਵਿੱਚ। ਹਾਂਜੀ, ਦਰਸ਼ਨ ਸਿੰਘ ਜੀ ਹੈਗੇ ਨੇ। ਅੱਗੇ ਵਧਣ ਤੋਂ ਪਹਿਲਾਂ ਅਸੀਂ ਜਿਹੜੇ ਆਈਓ ਨੇ ਇਸ ਕੇਸ ਦੇ ਜਿਹੜੀ ਕੰਪਲੇਂਟ ਮਾਤਾ ਜੀ ਨੇ ਕੀਤੀ ਹੈ, ਈਓਡਬਲਿਊ ਵਿੰਗ ਦੇ ਵਿੱਚ ਕੀ ਹੈ ਕੰਪਲੇਂਟ, ਉਹ ਆਈਓ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ, ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ। ਉਹਨਾਂ ਨੇ ਕੀ ਕੁਝ ਕਿਹਾ, ਤੁਸੀਂ ਇੱਕ ਵਾਰ ਉਹ ਜ਼ਰੂਰ ਸੁਣੋ। ਸਰ ਤੁਹਾਡਾ ਨਾ ਇੱਕ ਛੋਟਾ ਜਿਹਾ ਪੱਖ ਲੈਣਾ, ਤੁਹਾਡੇ ਕੋਲ ਨਾ ਕੰਪਲੇਂਟ ਚੱਲਦੀ ਹੈ ਇੱਕ ਮਨਮਿੰਦਰਜੀਤ ਕੌਰ, ਵਾਈਫ ਆਫ ਲੇਟ ਸ਼੍ਰੀ ਬਲਜੀਤ ਸਿੰਘ ਜੀ ਦੀ। ਹਾਂਜੀ। ਇਹ 19/7 ਨੂੰ ਜੀ ਕੰਪਲੇਂਟ ਜਿਹੜੀ ਇਹਨਾਂ ਨੇ ਦਿੱਤੀ ਸੀਗੀ, ਤੇ ਇਹ ਤੀਰਥ ਕੌਰ ਮੈਡਮ ਨੇ, ਉਹਨਾਂ ਦੇ ਖਿਲਾਫ ਹੈਗੀ ਹੈ, ਵਾਈਫ ਆਫ ਕੁਲਦੀਪ ਗਿੱਲ। ਹਾਂਜੀ। ਤੀਰਥ ਕੌਰ ਮੈਡਮ ਹੈਗੇ ਆ, ਤੀਰਥ ਕੌਰ ਜੀ, ਹਾਂਜੀ। ਉਹਨਾਂ ਦੇ ਖਿਲਾਫ ਇੱਕ ਕੰਪਲੇਂਟ ਹੈਗੀ ਹੈ। ਤੇ ਉਹ ਨੇ ਕੁਲਦੀਪ ਸਿੰਘ ਗਿੱਲ ਜੀ ਨੇ, ਜੋ ਟਰੈਵਲ ਏਜੰਟ ਨੇ, ਉਹਨਾਂ ਦੀ ਵਾਈਫ ਨੇ। ਹਾਂਜੀ। ਤੇ ਸਰ ਇਸ ਕੰਪਲੇਂਟ ਦਾ ਬਣਿਆ ਕੀ ਹੈ ਜੀ? ਉਹ ਹਾਲੇ ਤੱਕ ਕੁਝ ਹੋਇਆ? ਇਹ ਦਰਖਾਸਤ ਕਰਤਾ ਆਈ ਨਹੀਂ ਜੀ, ਸਾਡੇ ਕੋਲ ਸਟੇਟਮੈਂਟ ਨਹੀਂ ਦੇ ਕੇ ਗਈ ਹਜੇ ਤੱਕ। ਸਰ 4 ਵਾਰ ਤਾਂ ਆ ਗਏ ਤੁਹਾਡੇ ਕੋਲ, ਕਾਉਂਸਲਿੰਗ ਕਰਨ ਲੱਗੀ, ਸਟੇਟਮੈਂਟ ਲਿਖਾਈ ਨਹੀਂ। ਉਹ ਕਹਿੰਦੇ ਜੀ ਫਿਰ ਅਸੀਂ ਵਕੀਲ ਤੋਂ ਬਣਾ ਕੇ ਦੇਵਾਂਗੇ, ਮੁੜ ਕੇ ਦਿੱਤੀ ਨਹੀਂ ਸਾਨੂੰ, ਨਾ ਆਪ ਲਿਖਾਈ ਹੈ ਨਾ ਵਕੀਲ ਤੋਂ ਬਣਾ ਕੇ ਦਿੱਤੀ ਹੈ। ਓਕੇ, 4 ਵਾਰ ਜਦੋਂ ਬੁਲਾਇਆ ਤੁਸੀਂ, ਉਹਨਾਂ ਵਿੱਚੋਂ ਜਿਹਦੇ ਖਿਲਾਫ ਹੈਗੀ ਹੈ ਰਿਸਪੋਂਡੈਂਟ ਮੈਡਮ ਤੀਰਥ ਕੌਰ ਜੀ, ਉਹਨਾਂ ਨੂੰ ਤੁਸੀਂ ਬੁਲਾਇਆ ਇੱਕ ਵਾਰ ਵੀ? ਉਹਦਾ ਘਰ ਵਾਲਾ ਆਇਆ ਜਿਹਨੇ ਗੱਲ ਇਹਨਾਂ ਨਾਲ ਬਿਆਨਾ ਕੀਤਾ ਸੀਗਾ। ਜਿਨ੍ਹਾਂ ਦੇ ਖਿਲਾਫ ਹੈ ਉਹਨਾਂ ਨੂੰ ਬੁਲਾਇਆ ਜੀ? ਗੁਰੂ ਜੀ, ਉਹ ਉਹਨਾਂ ਦੀ ਹੈ ਜਿਹੜੀ ਇਹ ਕੰਪਲੇਂਟ, ਉਹਨੇ ਬਿਆਨਾ ਇਹਨਾਂ ਨਾਲ ਕੀਤਾ ਸੀ, ਇਹਦੇ ਨਾਲ ਗਿੱਲ ਨਾਲ। ਗਿੱਲ ਦੇ ਨਾਲ ਕਾਉਂਸਲਿੰਗ ਕਰਕੇ ਟਾਈਮ ਲੈ ਕੇ ਜਾਂਦੇ ਰਹੀਆਂ ਦੋਵੇਂ ਪਾਰਟੀਆਂ। ਐਗਰੀਮੈਂਟ ਟੂ ਸੈਲ ਪੜਿਆ ਸਰ? ਹਾਂਜੀ ਪੜਿਆ। ਉਹਦੇ ਉੱਪਰ ਕਿਹਦੇ ਨਾਲ ਹੋਇਆ ਜੀ? ਦਸਤਖਤ ਉਹਦੇ ਨੇ, ਪਰ ਗੱਲ ਇਹਦੇ ਨਾਲ ਹੋਈ ਹੈ। ਸਰ ਤੁਸੀਂ ਮੇਰੀ ਦੋਹੇ ਕਾਗਜ਼ਾਂ ਦੀ ਗੱਲ ਕਰ ਰਹੇ ਹਾਂ ਸਰ, ਤੁਸੀਂ ਕਾਗਜ਼ਾਂ ਤੇ ਐਵੀਡੈਂਸ ਦੇ ਨਾਲ ਚੱਲਣਾ ਹੈ ਕਿ ਗੱਲਾਂ ਨਾਲ ਕਾਰਵਾਈ? ਐਵੀਡੈਂਸ ਅਸੀਂ ਤੇ ਸਾਨੂੰ ਦੇਣ, ਆਪਣਾ ਸਟੇਟਮੈਂਟ ਦੇਣ, ਜਿਹੜੀ ਬਣਦੀ ਕਾਰਵਾਈ ਕਰਦੇ ਹਾਂ। ਹਾਂ, ਨਹੀਂ ਮੈਂ ਇਹ ਪੁੱਛਣਾ, ਤੁਸੀਂ ਮੈਡਮ ਤੀਰਥ ਕੌਰ ਜੀ ਨੂੰ ਬੁਲਾਇਆ ਇੱਕ ਵਾਰ ਵੀ ਹਾਲ ਤੱਕ? 4 ਵਾਰ ਸੀਗਾ, ਆਈ ਨਹੀਂ ਅਜੇ ਸਾਡੇ ਕੋਲੋਂ ਵੀ। ਤੁਸੀਂ ਕੋਈ ਕੀਤੀ ਫਿਰ, ਕੋਈ ਸੰਮਨ ਭੇਜਿਆ, ਕੁਝ ਨੋਟਿਸ ਭੇਜਿਆ? ਕੋਈ ਸੰਮਨ ਭੇਜਿਆ ਸੀਗਾ ਜੀ, ਸੰਮਨ ਨੋਟ ਹੋਇਆ ਵਾ ਸਾਡੇ ਕੋਲ ਸੰਮਨ। ਕਿੰਨੇ ਭੇਜੇ ਸਰ? 4-5 ਭੇਜਤੇ ਸੰਮਨ ਤਾਂ। 4-5 ਭੇਜਤੇ ਹੈ, ਮੈਨੂੰ ਕਾਪੀ ਭੇਜੋਗੇ ਸਰ ਸੰਮਨ ਦੀ ਪਲੀਜ਼? ਨਹੀਂ, ਮੈਂ ਹਜੇ ਬਾਹਰ ਹਾਂ ਦਫ਼ਤਰ ਤੋਂ। ਮੈਨੂੰ ਭੇਜ ਦਿਓ, ਮੈਂ ਲਾਣੀ ਹੈ ਖਬਰ 'ਚ। ਠੀਕ ਹੈ ਜੀ। ਤੇ ਇਹਨਾਂ ਦਾ ਹੁਣ ਅੱਗੇ ਬਣਦਾ ਕੀ ਹੈ ਸਰ? ਸਟੇਟਮੈਂਟ ਦੇਣਗੇ ਇਹ ਤਾਂ ਹੀ ਬਣਨਗੇ ਜੀ, ਮਦਈ ਪਹਿਲਾਂ ਦਰਖਾਸਤ ਕਰਤਾ। ਓਕੇ, ਹਾਂਜੀ।
ਠੀਕ ਹੈ ਸਰ। ਸਰ ਕੋਈ ਪ੍ਰੈਸ਼ਰ ਵਗੈਰਾ ਤਾਂ ਨਹੀਂ ਹੈ ਜੀ, ਕੋਈ ਦਬਾਅ? ਨਹੀਂ ਜੀ ਨਹੀਂ, ਸਾਨੂੰ ਕੋਈ ਪ੍ਰੈਸ਼ਰ ਨਹੀਂ ਹੈ। ਪੱਕਾ ਜੀ? ਆਨਮੈਟ ਕੰਮ ਕਰਨਾ ਜੋ ਹੈ। ਜਿਹਨੂੰ ਤੁਸੀਂ 4 ਵਾਰ ਬੁਲਾਇਆ ਬੰਦਾ ਕੁਲਦੀਪ ਗਿੱਲ, ਇਹਦੇ ਉੱਪਰ ਤਾਂ ਆਲਰੇਡੀ ਪਰਚੇ ਦਰਜ ਹੈਗੇ ਆ ਜੀ ਤੁਹਾਡੇ ਮੋਹਾਲੀ ਦੇ ਵਿੱਚ। ਤੁਸੀਂ ਬੁਲਾ ਵੀ ਰਹੇ ਹੋ, ਅਰੈਸਟ ਫੇਰ ਨਹੀਂ ਹੁੰਦਾ ਇਹ? ਸਾਡੇ ਕੋਲ ਕੋਈ ਪਰਚਾ ਨਹੀਂ ਜਿਹਦੇ ਖਿਲਾਫ। ਚਲੋ ਲੇਕਿਨ ਕਮਿਊਨੀਕੇਸ਼ਨ ਤਾਂ ਰਹਿੰਦੀ ਹੈ ਨਾ ਜੀ। ਇੱਕ ਪੁਲਿਸ ਦਾ ਇੱਕ ਮੁਲਜ਼ਮ, ਤੁਹਾਡੀ ਪੂਰੀ ਪੰਜਾਬ ਪੁਲਿਸ ਦਾ ਮੁਲਜ਼ਮ ਹੈ ਨਾ ਜੀ? ਹਾਂਜੀ ਹਾਂ, ਫਿਰ ਮਤਲਬ ਉਹਨੂੰ ਤਾਂ ਵੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਵੀ ਕਿੱਥੇ ਪਰਚਾ ਦਰਜ ਇਹਦੇ ਤੇ। ਅੱਛਾ, ਬਾਕੀ ਫਿਰ ਜਿੱਥੇ ਪਰਚਾ ਦਰਜ ਫੜ ਹੀ ਲੈਣਾ ਪੁਲਿਸ ਨੇ। ਇੱਥੇ ਘੁੰਮਦੇ ਨੂੰ ਤੁਸੀਂ ਵੀ ਪੁਲਿਸ ਹੀ ਹੋ ਸਰ, ਤੁਸੀਂ ਕਿਹੜਾ? ਮੇਰੇ ਕੋਲ ਹੈ ਨਹੀਂ ਨਾ ਕੋਈ ਜੀ, ਮੇਰੇ ਕੋਲ ਤਾਂ ਮੈਂ ਫੜ ਲੈਂਦਾ। ਮੇਰੇ ਕੋਲ ਤਾਂ ਕੰਪਲੇਂਟ ਆ ਹਜੇ। ਓਕੇ, ਨਹੀਂ ਤੁਹਾਡੇ ਡਿਪਾਰਟਮੈਂਟ ਵਿੱਚ ਹੀ ਹੈ ਨਾ, ਬਾਕੀ ਹੈ ਤਾਂ ਪੰਜਾਬ ਪੁਲਿਸ ਦਾ ਹੀ ਹਿੱਸਾ ਤੁਸੀਂ। ਚਲੋ ਮੈਨੂੰ ਨਹੀਂ ਪਤਾ। ਚਲੋ ਥੈਂਕ ਯੂ ਸਰ, ਥੈਂਕ ਯੂ ਸੋ ਮਚ। ਮੈਨੂੰ ਕਾਈਂਡਲੀ ਉਹ ਸਮਨਾਂ ਦੀ ਕਾਪੀ ਭੇਜ ਦਿਓ ਪਲੀਜ਼। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਰ। ਇਸ ਮਾਮਲੇ ਦੇ ਆਈਓ ਆਰਥਿਕ ਅਪਰਾਧ ਵਿੰਗ ਯਾਨੀ EOW ਵਿੱਚ ਤੈਨਾਤ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਨਾਲ ਗੱਲਬਾਤ ਹੋਇਆਂ ਨੂੰ 7 ਦਿਨ ਬੀਤ ਚੁੱਕੇ ਹਨ। ਹੁਣ ਤੱਕ ਨਾ ਤਾਂ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਨੇ ਆਪਣੇ ਕਹੇ ਮੁਤਾਬਕ ਕੋਠੀ ਵੇਚਣ ਲਈ ਸਮਝੌਤਾ ਕਰਨ ਵਾਲੇ ਮੈਡਮ ਤੀਰਥ ਕੌਰ ਪਤਨੀ ਕੁਲਦੀਪ ਗਿੱਲ, ਜੋ ਕਿ ਇੱਕ ਠੱਗ ਟਰੈਵਲ ਏਜੰਟ ਹੈ, ਨੂੰ ਭੇਜੇ 5 ਸਮਨਾਂ ਵਿੱਚੋਂ ਇੱਕ ਵੀ ਸੰਮਨ ਦੀ ਕਾਪੀ ਭੇਜੀ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਬੀਤੇ 7 ਦਿਨਾਂ ਤੋਂ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਦਫ਼ਤਰ ਗਏ ਵੀ ਹਨ ਜਾਂ ਨਹੀਂ। ਜੇਕਰ ਗਏ ਹਨ ਤਾਂ ਫਿਰ ਕਹਿ ਕੇ ਵੀ ਸੰਮਨ ਦੀ ਕਾਪੀ ਕਿਉਂ ਨਹੀਂ ਭੇਜੀ, ਜਾਂ ਸਿਰਫ ਕੁਲਦੀਪ ਗਿੱਲ ਦੀ ਪਤਨੀ ਤੀਰਥ ਕੌਰ ਨੂੰ ਬਚਾਉਣ ਲਈ ਤੇ ਪੱਲਾ ਝਾੜਨ ਨੂੰ ਮੀਡੀਆ ਨਾਲ ਝੂਠ ਬੋਲ ਬੈਠੇ। ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਦੀ ਵਕਾਲਤ ਕਰਦੇ ਨਜ਼ਰ ਕਿਉਂ ਆ ਰਹੇ ਹਨ। ਤੀਜਾ ਸਵਾਲ, ਕਿਤੇ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਦੀ DSP ਸਿਟੀ 2 ਦੇ ਨਾਲ ਤੈਨਾਤੀ ਸਮੇਂ ਦਾ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਨਾਲ ਕੋਈ ਪੁਰਾਣਾ ਹਿਸਾਬ ਕਿਤਾਬ ਜਾਂ ਪਿਆਰ ਤਾਂ ਚੱਲਦਾ ਨਹੀਂ ਆ ਰਿਹਾ, ਕਿਉਂਕਿ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਦੇ ਠੱਗੀ ਦੇ ਟਿਕਾਣੇ ਵੀ DSP ਸਿਟੀ 2 ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਨ। ਚੌਥਾ ਸਵਾਲ, ਜਦੋਂ ਕੋਠੀ ਵੇਚਣ ਲਈ ਸਮਝੌਤਾ ਤੀਰਥ ਕੌਰ ਹੋਣਾ ਵੱਲੋਂ ਕੀਤਾ ਗਿਆ ਤਾਂ ਫਿਰ ਉਹਨਾਂ ਨੂੰ ਥਾਣੇ ਸੱਦਣ ਦੀ ਬਜਾਏ ਉਹਨਾਂ ਦੇ ਪਤੀ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ। ਪੰਜਵਾਂ ਸਵਾਲ, 63 ਸਾਲਾ ਬਜ਼ੁਰਗ ਮਾਤਾ ਨੂੰ ਥਾਣੇ ਬੁਲਾ ਕੇ ਬਿਠਾ ਕੇ ਰੱਖਣਾ ਅਤੇ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ, ਜਿਸ ਉੱਤੇ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਕਈ ਪਰਚੇ ਦਰਜ ਹਨ, ਉਸ ਦੀ ਮਹਿਮਾਨ ਨਵਾਜ਼ੀ ਕਿਉਂ? ਤਾਂ ਅਸੀਂ ਇਸ ਕੇਸ ਦੇ ਆਈਓ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ। ਮਾਤਾ ਜੀ, ਸਾਡੀ ਆਈਓ ਸਾਹਿਬ ਦੇ ਨਾਲ ਗੱਲ ਹੋਈ ਹੈ। ਆਈਓ ਸਾਹਿਬ ਕਹਿੰਦੇ ਅਸੀਂ ਤਾਂ ਤੁਹਾਨੂੰ ਯਾਨੀ ਮਾਤਾ ਜੀ ਨੂੰ ਕਿਹਾ ਹੈ ਸਟੇਟਮੈਂਟ ਦੇ ਕੇ ਜਾਓ, ਉਹ ਸਟੇਟਮੈਂਟ ਦੇਣ ਹੀ ਨਹੀਂ ਆਉਂਦੇ, ਕਹਿੰਦੇ ਵਕੀਲ ਸਾਹਿਬ ਦੇ ਨਾਲ ਆਵਾਂਗੇ। ਸਰ ਮੈਂ 2-3 ਵਾਰੀ, ਜਦੋਂ 4 ਵਾਰੀ ਮੈਂ ਇਹਨਾਂ ਦੇ EO ਵਿੰਗ 'ਚ ਗਈ ਹਾਂ, ਉਸ ਟਾਈਮ ਤੇ SHO ਬਰਜਿੰਦਰ ਸਿੰਘ ਉਹਨਾਂ ਨੇ ਬਿਆਨ ਲਿਖਣੇ ਨੂੰ ਕਿਹਾ। ਜਦੋਂ ਬਿਆਨ ਲਿਖਣੇ ਨੂੰ ਕਹਿੰਦਾ ਸੀ ਤਾਂ ਇਹ ਆਪਣਾ ਕੁਲਦੀਪ ਸਿੰਘ ਬਾਹਰ ਨਿਕਲ ਜਾਂਦਾ ਸੀ ਤੇ ਦਰਸ਼ਨ ਸਿੰਘ ਨੇ ਉਹਨਾਂ ਨੂੰ ਦੁਬਾਰਾ ਬੁਲਾਉਣ ਦੀ ਹਿੰਮਤ ਨਹੀਂ ਕੀਤੀ, ਕਹਿੰਦੇ ਉਹ ਤਾਂ ਚਲੇ ਗਏ। ਜਦੋਂ ਕਿ ਉਹਨਾਂ ਦੀ ਗੱਡੀ ਪਰੇ ਖੜੀ ਹੁੰਦੀ ਸੀ ਤੇ ਆਪ ਵੀ ਪਰੇ ਖੜੇ ਹੁੰਦੇ ਸੀ। ਨਹੀਂ, ਕੁਲਦੀਪ ਗਿੱਲ ਕਿਉਂ ਆਂਦਾ, ਕੁਲਦੀਪ ਸਿੰਘ ਕਿਉਂ ਆਂਦਾ ਸੀਗਾ? ਤੀਰਥ ਕੌਰ ਮੈਡਮ ਦੇ ਖਿਲਾਫ ਹੈ ਨਾ ਕੰਪਲੇਂਟ ਦਾ, ਜਾਂ ਐਗਰੀਮੈਂਟ ਤਾਂ ਉਹਨਾਂ ਦੇ ਨਾਮ ਹੋਇਆ ਹੈ, ਉਹਨਾਂ ਨੂੰ ਕਿਉਂ ਨਹੀਂ ਬੁਲਾਇਆ? ਇਹ ਕਹਿੰਦੇ ਜੀ ਸਾਨੂੰ ਅਥਾਰਟੀ ਨਹੀਂ, ਅਸੀਂ ਤੀਰਥ ਕੌਰ ਨੂੰ ਲਿਆ ਸਕੀਏ। ਤੁਸੀਂ ਅੱਛਾ ਮਾਤਾ ਜੀ 63 ਸਾਲ ਦੇ ਨੇ, ਇਹ ਥਾਣੇ ਆਣ 4 ਵਾਰ ਇਹਨਾਂ ਨੂੰ ਥਾਣੇ ਬੁਲਾਇਆ ਹੈ, ਉਹ ਅਥਾਰਟੀ ਹੈਗੀ ਆ ਉਹਨਾਂ ਕੋਲ ਵੀ 63 ਸਾਲ ਦੇ ਬਜ਼ੁਰਗ ਨੂੰ ਥਾਣੇ ਬੁਲਾ ਲਓ, ਪਰ ਜਿਹਦੇ ਖਿਲਾਫ ਕੰਪਲੇਂਟ ਹੈਗੀ ਹੈ ਉਹਨਾਂ ਦੀ ਉਮਰ ਜਿੰਨੀ ਵੀ ਹੈ, ਮਾਤਾ ਜੀ ਤਾਂ ਛੋਟੇ ਨੇ, ਉਹ 40-45 ਸਾਲ ਦੇ ਹੋਣਗੇ, ਤੇ ਉਹਨਾਂ ਨੂੰ ਬੁਲਾਉਣ ਦੀ ਅਥਾਰਟੀ ਨਹੀਂ ਹੈਗੀ। ਅੱਛਾ ਕਹਿੰਦੇ ਕੀ ਸੀ ਵੀ ਅਥਾਰਟੀ ਕਿਉਂ ਨਹੀਂ ਸਾਡੇ ਕੋਲ, ਕੋਈ ਕੰਪਲੇਂਟ ਉਹਨਾਂ ਦੇ ਖਿਲਾਫ ਹੈ? ਉਹ ਕਹਿੰਦੇ ਪਰਚਾ ਕਟਾ ਦਿਓ ਫਿਰ ਲੈ ਆਉਂਗੇ ਅਸੀਂ। ਬਸ ਕੱਟਣਾ ਮੈਂ ਘਰੋਂ ਥੋੜਾ ਕੱਟ ਕੇ ਲੈ ਕੇ ਆਣਾ, ਪਰਚਾ ਤਾਂ ਤੁਸੀਂ ਕੱਟਣਾ ਹੈ। ਸਰ ਉਹ ਕੱਟਣਗੇ ਕਿਵੇਂ ਜਦੋਂ ਤਾਂ ਜਾ ਕੇ ਉਹਦੀ ਸੇਵਾ ਹੋ ਰਹੀ ਹੈ, ਚਾਹ ਪਾਣੀ ਪਿਲਾ ਰਹੇ ਆ। ਕਿਹਨੂੰ? ਕੁਲਦੀਪ ਸਿੰਘ ਨੂੰ। ਮੇਰੇ ਨਾਲ ਤਾਂ ਕੋਈ ਉਹਨਾਂ ਦੀ ਉਹਦੇ ਨਾਲ ਕੋਈ SP ਵਗੈਰਾ ਕੋਈ ਉਹਨਾਂ ਦੀ ਸਪੋਰਟ ਕਰ ਰਿਹਾ, ਜਾਂ ਤਾਂ ਕੁਲਦੀਪ ਸਿੰਘ ਦੀ ਸੇਵਾ ਹੋ ਰਹੀ ਆ, ਪਰ ਸਾਨੂੰ ਪੁੱਛ ਨਹੀਂ ਰਹੇ। ਅਸੀਂ ਘੰਟੇ ਉੱਥੇ ਬੈਠੇ ਰਹਿੰਦੇ ਆ। ਤੇ ਇਹਨਾਂ ਨੇ ਬਿਆਨਾਂ ਨੇ ਕਹਿਤਾ 18 ਤਰੀਕ ਦੀ, ਜਦੋਂ ਹੁਣ ਆਹ ਅਗਸਤ ਦੀ ਰਜਿਸਟਰੀ ਸੀ, ਮੈਂ ਦਰਸ਼ਨ ਸਿੰਘ ਸਰ ਕੋਲ ਗਈ ਹਾਂ। ਉਹ ਕਹਿੰਦੇ ਮੈਂ ਜਦੋਂ ਗਈਆਂ ਉਹਨਾਂ ਕੋਲ, ਮੈਂ ਪਹਿਲਾਂ ਕਚਹਿਰੀਆਂ ਜਾ ਚੁੱਕੀ ਸੀ, ਉੱਥੋਂ ਟਾਈਮ ਕੱਢ ਕੇ ਫਿਰ ਮੈਂ ਇਹਨਾਂ ਕੋਲ ਆਈ। ਮੈਂ ਸਰ ਤੁਸੀਂ ਬਿਆਨ ਮੇਰੇ ਲਿਖ ਲਓ। ਕਹਿੰਦੇ ਵੀ ਤੁਹਾਡੇ ਬਿਆਨਾਂ ਦੀ ਪੁਲਿਸ ਦੀ ਕੋਈ ਅਹਿਮਤ ਹੀ ਨਹੀਂ ਹੁੰਦੀ ਹੈਗੀ। ਤੇ ਹੁਣ ਤਾਂ ਸਾਨੂੰ ਫੋਨ ਤੇ ਕਹਿ ਰਹੇ ਨੇ ਬਿਆਨ ਲਿਖਾਣੇ ਨਹੀਂ ਆਏ। ਨਹੀਂ ਜੀ, ਮੈਂ ਬਿਆਨਾਂ ਨੂੰ ਬਾਰ-ਬਾਰ ਕਿਹਾ, ਕਹਿੰਦੇ ਚਾਹੇ ਅੱਜ ਤੇ 10 ਦਿਨ ਨੂੰ ਲਿਖਾ ਦਿਓ ਤੁਸੀਂ, ਤਰੀਕ ਅਸੀਂ ਆਹੀ ਪਾ ਦੇਣੀ ਹੈ, ਸਾਡੇ ਬਿਆਨਾਂ ਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ। ਵਕੀਲ ਸਾਹਿਬ ਬਿਆਨਾਂ ਦਾ ਫਰਕ ਨਹੀਂ ਪੈਂਦਾ, ਇੱਕ ਪਾਸੇ ਕਹਿੰਦੇ ਬਿਆਨ ਲਿਖਾਣ ਆਏ ਨਹੀਂ, ਇੱਕ ਪਾਸੇ ਕਹਿੰਦੇ ਬਿਆਨ ਬਾਅਦ 'ਚ ਵੀ ਲਿਖ ਲਾਂਗੇ, ਤਰੀਕ 10 ਦਿਨ ਪੁਰਾਣੀ ਪਾ ਦਾਂਗੇ, ਇਦਾਂ ਹੁੰਦਾ? ਇਹਨਾਂ ਨੇ ਕੰਪਲੇਂਟ ਫਾਈਲ ਕੀਤੀ ਹੈ, ਇਹਨਾਂ ਦੇ ਬਿਆਨ ਹੋਣੇ ਚਾਹੀਦੇ। ਪਹਿਲੀ ਵਾਰ ਇਹਨਾਂ ਨੂੰ ਬੁਲਾਇਆ ਗਿਆ, 2 ਵਾਰੀ ਗਏ, ਉਹਨਾਂ ਉਦੋਂ ਕੰਪਲੇਂਟ ਕਿਉਂ ਲਿਖੇ ਇਹਨਾਂ ਦੇ ਬਿਆਨ? ਪੁਲਿਸ ਦਾ ਕੰਮ ਬਿਆਨ ਲਿਖਣਾ ਤੇ ਕੰਪਲੇਂਟ ਕਰਨਾ ਤੇ ਉਹਨੂੰ FIR ਫਾਈਲ ਕਰਨਾ ਹੁੰਦਾ, ਕੋਈ ਕੰਮ ਨਹੀਂ ਹੋ ਰਿਹਾ। ਉਹਨਾਂ ਨੇ ਬੋਲਿਆ ਵੀ ਜਦੋਂ ਪੁਰਾਣੇ ਜਿਹੜੇ SHO ਸਾਹਿਬ ਸੀ ਉਹ ਕਹਿੰਦੇ ਸੀ ਬਿਆਨ ਲਿਖੋ, ਤੇ ਕੁਲਦੀਪ ਸਿੰਘ ਚਲਾ ਜਾਂਦਾ ਸੀ, ਕੁਲਦੀਪ ਸਿੰਘ ਉਰਫ ਕੁਲਦੀਪ ਗਿੱਲ ਉਹ ਚਲਾ ਜਾਂਦਾ ਸੀ, ਤੇ ਉਹਨੂੰ ਕਿਉਂ ਨਹੀਂ ਬੁਲਾਇਆ ਜਾਂਦਾ? ਇਹਨਾਂ ਨੂੰ 4 ਵਾਰ ਬੁਲਾਇਆ ਗਿਆ ਹੈ ਵੀ ਤੂੰ ਆ ਭਰਾ
ਆਪਣੇ ਆਪਣੀ ਵਾਈਫ ਨੂੰ ਲੈ ਕੇ ਆ ਬਿਆਨ ਲਿਖਵਾ, ਪੁਲਿਸ ਬੋਲ ਨਹੀਂ ਸਕਦੀ? ਸਰ ਆਈ ਹੈਵ ਹਰਡ ਫਰਮ ਦਾ ਸੋਰਸਿਸ ਕਿ ਇਹਦੇ ਕਾਫੀ ਅੱਛੇ ਲਿੰਕਸ ਹੈਗੇ ਐਸਪੀ ਨਾਲ ਜਾਂ ਅੱਗੇ ਐਮਐਲਏ ਸਾਹਿਬ ਹੈਗੇ ਨੇ ਕਿ ਉਹਨਾਂ ਨਾਲ ਲਿੰਕ ਵਿੱਚ ਹੈਗੇ ਨੇ, ਜਿਹਦੇ ਸਪੋਰਟ ਵਿੱਚ ਇਹ ਰਹਿੰਦੇ ਨੇ, ਤਾਂ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ, ਨਾ ਹੀ ਕੋਈ ਖੌਫ ਹੈ ਪੁਲਿਸ ਦਾ। ਇਹ ਹੁਣ ਤੱਕ ਦੇਖੋ ਇਟਸ ਬੀਨ 2 ਮੰਥਸ, ਹਾਲੇ ਤੱਕ ਨਾ ਹੀ ਮਾਤਾ ਜੀ ਦੇ ਪੈਸੇ ਮੁੜੇ ਆ। ਸ਼ੀ ਇਜ਼ ਸਿੰਗਲ ਲੇਡੀ, ਵਿਡੋ ਲੇਡੀ ਹੈਗੇ, ਇਹਨਾਂ ਬੇਟਾ ਨਾ ਜਿੱਥੇ ਹੈ ਨਹੀਂ, ਇਕੱਲੇ ਘੁੰਮਦੇ ਫਿਰਦੇ ਆ। ਇਹਨਾਂ ਦੇ ਪੈਸੇ ਇਹਨਾਂ ਨੂੰ ਬੁਲਾ ਕੇ ਮੋੜਨੇ ਚਾਹੀਦੇ ਆ, ਬੁਲਾ ਕੇ ਮੋੜਨੇ ਚਾਹੀਦੇ, ਜੋ ਕਿ ਨਹੀਂ ਮੋੜ ਰਹੇ। ਪੈਸੇ ਦਾ ਕੀ ਮੋੜਨੇ, ਕਿ FIR ਵੀ ਨਹੀਂ ਕਰ ਰਹੇ, FIR ਵੀ ਨਹੀਂ ਹੋ ਰਹੀ, ਤੇ ਇੱਕ ਲੇਡੀ ਹੁਣ ਹਰਾਸ ਹੋ ਰਹੀ ਹੈ। ਜਿਹੜੇ ਜਿਹਨੇ ਖਿਲਾਫ ਕੰਪਲੇਂਟ ਤੀਰਥ ਕੌਰ ਹੈ, ਉਹ ਇੱਕ ਵਾਰ ਵੀ ਥਾਣੇ ਨਹੀਂ ਆਈ, ਜਦ ਕਿ ਮੈਂ 2-3 ਵਾਰ ਥਾਣੇ ਆਪ ਹੀ ਨਾਲ ਗਿਆ। ਆਈ ਹੈਵ ਟੂ ਗੋ ਆਊਟਸਾਈਡ, ਬਟ ਇਹਨਾਂ ਨੂੰ ਕਦੇ ਇਹਨਾਂ ਨੇ ਕੀਤਾ ਨਹੀਂ, ਸੁਣੀ ਨਹੀਂ ਗੱਲ ਇਹਨਾਂ ਦੀ, ਤੇ ਨਾ ਹੀ ਨਾ ਕਦੇ ਨੇ ਬਿਆਨ ਲਿਖਾਇਆ ਅੱਜ ਤੱਕ। ਦੇਖੋ ਇਸ ਦੇ ਖਿਲਾਫ ਤੁਹਾਨੂੰ ਦਿਖਾਉਣਾ ਚਾਹੂੰਗਾ, ਤੇ ਨਾ ਇਹਨਾਂ ਉੱਪਰ ਸਟੇ ਵੀ ਹੋਇਆ ਹੋਇਆ ਸੀਗਾ। ਆਹ ਸਟੇ ਦੇ ਡਾਕੂਮੈਂਟਸ ਹੈਗੇ ਆ, ਇਹ ਪ੍ਰਾਪਰਟੀ ਹੈਗੀ ਹੈ ਜੀ, ਇਹ ਸਟੇ ਦੇ ਆਰਡਰ ਹੋਇਆ ਹੈ ਨੇ। ਨੈਕਸਟ ਪੇਜ ਤੁਸੀਂ ਦੇਖੋਗੇ, ਕੁਲਦੀਪ ਸਿੰਘ ਤੀਰਥ ਕੌਰ ਇਹਨਾਂ ਦੀ ਪ੍ਰਾਪਰਟੀ ਹੈ ਜੀ, ਇਸ ਤੇ ਸਟੇ ਹੈਗਾ। ਸਟੇ ਕਰਕੇ ਨਾ ਹੀ ਉਹ ਵੇਚ ਸਕਦੇ। ਇਹ ਤੁਸੀਂ ਆਪ ਕਢਾਈ ਹੈ ਫਿਰ? ਸਰ ਸਾਨੂੰ ਕਢਾਉਣੀ ਪਈ ਆ ਫਿਰ, ਕਿਉਂਕਿ ਜਦੋਂ ਸਾਨੂੰ ਮੁੱਕਰ ਗਏ ਕਿ ਸੋ ਤੁਹਾਡੇ ਪੈਸੇ ਨਹੀਂ ਮੋੜਨੇ ਅਸੀਂ, ਤਾਂ ਅਸੀਂ ਪਤਾ ਕੀਤਾ, ਅਸੀਂ ਕਾਪੀ ਆਪ ਕਢਾਈ, ਤਾਂ ਉਹਦਾ ਸ਼ੋ ਹੋਇਆ ਕਿ ਇਹਨਾਂ ਦੇ ਸਟੇ ਚੱਲ ਰਹੇ ਉੱਪਰ, ਇਹਦਾ ਵੇਚ ਹੀ ਨਹੀਂ ਸਕਦੇ ਸੀਗੇ। ਮਤਲਬ ਫਰੋਮ ਦਾ ਡੇ 1 ਸਾਡੇ ਨਾਲ ਚੀਟਿੰਗ ਕੀਤੀ ਗਈ, 420 ਕੀਤੀ ਗਈ। ਮਾਤਾ ਜੀ ਇਕੱਲੇ ਹੁਣ, ਸ਼ੀ ਇਜ਼ ਰਨਿੰਗ ਪਿਲਰ ਟੂ ਪਿਲਰ, ਇਹਨੂੰ ਸਾਫ਼ ਨਹੀਂ ਮਿਲ ਰਿਹਾ ਹੁਣ ਤੱਕ। ਮਤਲਬ ਸਿਰਫ ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨਾਂ ਦੇ ਨਾਲ ਜਾਂ ਪਰਿਵਾਰਾਂ ਨਾਲ ਠੱਗੀ ਹੀ ਨਹੀਂ ਕਰਦਾ, ਉਹਨੇ ਬਜ਼ੁਰਗ ਵੀ ਨਹੀਂ ਛੱਡੇ। ਮਤਲਬ 31 ਲੱਖ ਰੁਪਇਆ ਖਾ ਗਏ ਨੇ ਤੇ ਹੁਣ ਮੋੜਨ ਦਾ ਨਾਂ ਨਹੀਂ ਲੈ ਰਹੇ। ਮਾਤਾ ਜੀ ਤੁਸੀਂ ਥਾਣੇ ਜਾਂਦੇ ਹੋ, ਕਦੇ ਤੁਹਾਨੂੰ ਤੁਸੀਂ ਨਹੀਂ ਕਦੇ ਕੋਸ਼ਿਸ਼ ਕੀਤੀ ਬੋਲਣ ਦੀ ਵੀ ਤੀਰਥ ਕੌਰ ਨੂੰ ਵੀ ਬੁਲਾਓ? ਤੁਸੀਂ ਰੋ ਕਿਉਂ ਰਹੇ ਹੋ? ਤੁਸੀਂ ਰੋ ਨਾ। ਮੈਂ ਕਿਹਾ ਜੀ ਇਹਨਾਂ ਨੂੰ, ਦਰਸ਼ਨ ਸਿੰਘ ਨੇ ਇੱਕੋ ਕਿਹਾ ਵੀ ਇਹ ਬੇਈਮਾਨ ਠੱਗ ਬੰਦਾ ਹੈ, ਇਹ ਤੁਹਾਨੂੰ ਆਈ ਕੀ ਨਹੀਂ ਦਊਗਾ, ਤੁਸੀਂ ਪਰਚਾ ਕਟਾ ਦਿਓ ਬੇਸ਼ੱਕ ਦੀ, ਪਰ ਤੁਹਾਡੇ ਪੈਸੇ ਵਾਪਸ ਨਹੀਂ ਹੋਣ ਕਰਨਗੇ ਕਿਸੇ ਤਰ੍ਹਾਂ। ਤੀਰਥ ਕੌਰ ਦੇ ਨਾਂ ਤੇ ਉਹ ਕਹਿੰਦੇ ਵੀ ਅਸੀਂ ਲਿਆ ਨਹੀਂ ਸਕਦੇ ਜਿੰਨਾ ਚਿਰ FIR ਕੱਟ ਨਹੀਂ ਹੁੰਦੀ। ਕੁਲਦੀਪ ਆਉਂਦਾ ਠੀਕ ਹੈ ਜੀ। ਕੁਲਦੀਪ ਗਿੱਲ ਦੇ ਖਿਲਾਫ ਤਾਂ ਆਲਰੇਡੀ ਪਰਚੇ ਵੀ ਹੈਗੇ ਨੇ। ਹਾਂਜੀ, ਉਹ ਕਹਿੰਦੇ ਵੀ ਪਹਿਲਾਂ ਹੀ ਇਹਦੇ ਸਿਰ 52-53 ਪਰਚੇ ਹੈਗੇ, ਇੱਕ ਹੋਰ ਬਾਜੂਗਾ, ਇਹਨੂੰ ਕੋਈ ਫਰਕ ਨਹੀਂ ਪੈਣਾ। ਚੰਡੀਗੜ੍ਹ ਪੁਲਿਸ ਨੇ ਚੱਕਿਆ ਸੀ, ਇਹ 3 ਮਹੀਨੇ ਅੰਦਰ ਲਾਇਆ ਆ। ਇਹਦਾ ਪੁਲਿਸ ਦਾ ਤੇ ਜੇਲ੍ਹ ਦਾ ਕਹਿੰਦੇ ਵੀ ਡਰ ਬਿਲਕੁਲ ਖਤਮ ਹੋ ਗਿਆ। ਇਹ ਬਹੁਤ ਬੇਸ਼ਰਮ ਢੀਠ ਬੰਦਾ ਹੋ ਗਿਆ, ਇਸ ਨੂੰ ਕੋਈ ਡਰ ਨਹੀਂ ਹੈਗਾ। ਤੁਸੀਂ ਰੋ ਨਾ ਮਾਤਾ। ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਜੀ ਮੈਂ ਇਕੱਲੀ ਹਾਂ, ਮੇਰੀ ਬੇਟੀ ਵਿਧਵਾ ਹੈ, ਉਹ ਆਪਣੇ ਘਰ ਹੈ। ਬੇਟਾ ਇਹਦੀਆਂ ਧਮਕੀਆਂ ਤੋਂ ਡਰਦਾ ਮਾਰਾ ਬਾਹਰ ਚਲੇ ਗਿਆ ਜੀ, ਤੇ ਮੈਂ ਇਕੱਲੀ ਇਹੋ ਵਿੰਗ ਤੇ ਸਭ ਤੋਂ ਧੱਕੇ ਖਾਂਦੀ ਫਿਰਦੀ ਹਾਂ, ਪਰ ਮੈਨੂੰ ਕੋਈ ਇਨਸਾਫ ਨਹੀਂ ਦਵਾ ਰਿਹਾ। ਨਹੀਂ ਮਾਤਾ ਜੀ, ਜੇਕਰ ਪੁਲਿਸ ਦੇ ਸੀਨੀਅਰ ਅਫੀਸ਼ੀਅਲਸ ਇਹ ਵੀਡੀਓ ਦੇਖ ਰਹੇ ਹੋਣ ਤਾਂ ਮਾਤਾ ਜੀ ਦੇ ਅਥਰੂ ਇੱਕ ਵਾਰ ਗੌਰ ਨਾਲ ਦੇਖੋ। ਇਹ ਨੇ 63 ਸਾਲ ਦੇ ਬਜ਼ੁਰਗ ਮਾਤਾ ਜੀ, ਜਿਨ੍ਹਾਂ ਦੇ ਨਾਲ 31 ਲੱਖ ਦੀ ਠੱਗੀ ਕੁਲਦੀਪ ਸਿੰਘ ਉਰਫ ਕੁਲਦੀਪ ਗਿੱਲ ਤੇ ਉਹਨਾਂ ਦੀ ਧਰਮ ਪਤਨੀ ਮੈਡਮ ਤੀਰਥ ਕੌਰ ਨੇ ਕੀਤੀ ਹੈ। ਵਿਧਵਾ ਨੇ, ਬੇਟੇ ਨੂੰ ਧਮਕੀਆਂ ਮਿਲਦੀਆਂ ਸੀ, ਇਸ ਕਰਕੇ ਉਹ ਕਿਤੇ ਸੱਜੇ ਖੱਬੇ ਹੋ ਗਿਆ। ਮਾਤਾ ਜੀ ਦੇ ਸਿਰ ਤੇ ਕੋਈ ਨਹੀਂ ਤੇ 31 ਲੱਖ ਦੀ ਠੱਗੀ ਕਰਵਾ ਕੇ ਬੈਠੇ ਨੇ ਕੁਲਦੀਪ ਗਿੱਲ ਦੇ ਨਾਲ। ਕੁਲਦੀਪ ਗਿੱਲ ਟਰੈਵਲ ਏਜੰਟੀ ਦੇ ਨਾਂ ਤੇ ਠੱਗੀਆਂ ਤਾਂ ਮਾਰਦਾ ਸੀ, ਪਰ ਪ੍ਰਾਪਰਟੀ ਦੇ ਨਾਂ ਤੇ ਵੀ ਹੁਣ ਠੱਗੀਆਂ ਸ਼ੁਰੂ ਹੋਈਆਂ ਨੇ। ਪਹਿਲਾਂ ਹੀ ਮਾਮਲਾ ਸਾਡੇ ਕੋਲ ਆਇਆ, ਹੁਣ ਪਤਾ ਨਹੀਂ ਪਹਿਲਾਂ ਵੀ ਕੋਈ ਆਇਆ ਕਿ ਨਹੀਂ ਆਇਆ, ਪਰ ਸ਼ਰਮ ਵਾਲੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਨੂੰ ਨਾ ਤਾਂ ਇਹ ਦਰਖਾਸਤਾਂ ਦਿਖ ਰਹੀਆਂ ਨੇ, ਨਾ ਮਾਤਾ ਜੀ ਦੇ ਹੰਝੂ ਦਿਖ ਰਹੇ ਨੇ, ਤੇ ਉਹ ਚੌੜਾ ਹੋ ਕੇ ਆਂਦਾ ਹੈ ਤੇ ਕਹਿੰਦਾ ਹੈ ਕਰ ਲਓ ਜੋ ਕਰਨਾ ਹੈ। ਕੀ ਵਾਕਈ ਉਸਦੇ ਕੋਈ ਸਿਆਸੀ ਹੱਥ ਹੈ, ਜਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੋਈ ਐਸੀ ਵੱਡੀ ਕਾਲੀ ਭੇਡ ਹੈ ਜੋ ਉਸ ਨੂੰ ਸ਼ੈਲਟਰ ਦੇ ਰਹੀ ਹੈ? ਸਵਾਲ ਬਹੁਤ ਵੱਡੇ ਨੇ ਤੇ ਸਵਾਲ ਉਦੋਂ ਤੱਕ ਸਵਾਲ ਬਣੇ ਰਹਿਣਗੇ ਜਦੋਂ ਤੱਕ ਪੰਜਾਬ ਪੁਲਿਸ ਕੁਲਦੀਪ ਗਿੱਲ ਤੇ ਉਹਨਾਂ ਦੀ ਧਰਮ ਪਤਨੀ ਤੇ ਬਣਦੀ ਕਾਰਵਾਈ ਨਹੀਂ ਕਰਦੀ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।